ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗੀ ਕੈਨੇਡਾ ਅਮਰੀਕਾ ਸਰਹੱਦ, 21 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ। ਕੈਨੇਡਾ ਦੇ ਵਿੱਚ ਕੱਲ੍ਹ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਵੱਲੋਂ ਹੋਟਲਾਂ ਦੀ ਲਿਸਟ ਜਾਰੀ। BC ਦੇ ਵਿੱਚ ਟੁੱਟੇ ਕਰੋਨਾ ਵੈਕਸੀਨ ਦੇ ਰਿਕਾਰਡ, ਇੱਕੋ ਦਿਨ ਦੇ ਵਿੱਚ ਰਿਕਾਰਡ ਤੋੜ ਲੋਕਾਂ ਨੂੰ ਲੱਗਿਆ ਟੀਕਾ। ਟਰੂਡੋ ਤੇ ਬਾਈਡਨ ਦੀ ਮੰਗਲਵਾਰ ਨੂੰ ਮੁਲਾਕਾਤ, ਵਰਚੁਅਲ ਹੋਵੇਗੀ ਦੋਹਾਂ ਨੇਤਾਵਾਂ ਦੀ ਮੀਟਿੰਗ। ਅਲਬਰਟਾ ਦੇ ਵਿੱਚ ਖੁੱਲਣਗੀਆਂ ਪਾਰਕਾਂ, ਮਾਰਚ 4 ਤੋਂ ਹੋਵੇਗੀ ਬੁਕਿੰਗ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਅਹੁਦਾ ਸੰਭਾਲਦਿਆਂ ਜੋ ਬਾਈਡਨ ਵੱਲੋਂ ਟਰੰਪ ਪ੍ਰਸ਼ਾਸਨ ਦੇ ਕਈ ਫੈਸਲਿਆਂ ਨੂੰ ਚੁਣੌਤੀ ਦਿੱਤੀ ਗਈ। ਉਹਨਾਂ ਦੇ ਕਈ ਫੈਸਲਿਆਂ ਨੂੰ ਬਦਲਿਆ ਗਿਆ। ਇਸ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੀ ਕਈ ਫੈਸਲੇ ਸਨ। ਹੁਣ ਖਬਰ ਸਾਹਮਣੇ ਆਈ ਹੈ ਕਿ ਮੈਕਸੀਕੋ ਦੇ ਵਿੱਚ ਜੋ ਲੰਬੇ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸਨ, ਜੋ ਰੈਫਿਊਜੀਜ਼ ਉੱਥੇ ਸਨ, ਉਹਨਾਂ ਦੇ ਪਹਿਲੇ ਜਥੇ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜੋ ਬਾਈਡਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਅਹੁਦਾ ਸੰਭਾਲਦਿਆਂ ਟਰੰਪ ਪ੍ਰਸ਼ਾਸਨ ਦੇ ਕਈ ਫੈਸਲਿਆਂ ਨੂੰ ਚੁਣੌਤੀ ਦਿੱਤੀ। ਉਹਨਾਂ ਵੱਲੋਂ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ। ਇਸੇ ਦੇ ਚੱਲਦਿਆਂ ਹੁਣ ਜੋ ਬਾਈਡਨ ਨੇ ਟਰੰਪ ਦੀ ਇੱਕ ਜੋ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ, ਉਸ ਦੇ ਤਹਿਤ ਰਿਫਿਊਜੀਜ਼ ਦਾ ਪਹਿਲਾ ਜਥਾ USA ਪਹੁੰਚ ਗਿਆ ਹੈ। ਜੋ ਲੋਕ ਮੈਕਸੀਕੋ ਦੇ ਵਿੱਚ ਰੁਕੇ ਹੋਏ ਸਨ, ਜਿਨ੍ਹਾਂ ਵੱਲੋਂ ਲੰਬਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਬਦਲਣ ਦੇ ਨਾਲ ਹੀ ਨਵੀਂ ਨੀਤੀ ਤਹਿਤ ਰੈਫਿਊਜੀਜ਼ ਦੇ ਇੱਕ ਜਥੇ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੈਕਸੀਕੋ ਦੇ ਵਿੱਚ ਤਕਰੀਬਨ 25,000 ਲੋਕ ਅਮਰੀਕਾ ਦੇ ਵਿੱਚ ਸ਼ਰਨ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ ਅਤੇ ਇਹਨਾਂ ਵਿੱਚੋਂ 25 ਲੋਕਾਂ ਦੇ ਜਥੇ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹਨਾਂ ਲੋਕਾਂ ਨੂੰ ਅਦਾਲਤ ਦੇ ਵਿੱਚ ਆਪਣੇ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਦਾ ਹਿੱਸਾ ਲੈਣ ਦੇ ਲਈ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਗਈ। ਜ਼ਿਆਦਾ ਗਿਣਤੀ ਦੇ ਵਿੱਚ ਪ੍ਰਵਾਸੀਆਂ ਦੇ ਆਉਣ ਦੀ ਸੰਭਾਵਨਾ ਕਾਰਨ ਅਮਰੀਕੀ ਅਧਿਕਾਰੀਆਂ ਨੇ ਲੋਕਾਂ ਨੂੰ ਸਰਹੱਦ ਤੇ ਨਾ ਆਉਣ ਤੇ ਉਹਨਾਂ ਨੂੰ ਕਿਹਾ ਕਿ ਉਹ ਵੈਬਸਾਈਟ ਦੇ ਉੱਪਰ ਰਜਿਸਟ੍ਰੇਸ਼ਨ ਕਰਵਾ ਲੈਣ। ਕਰੋਨਾ ਪੈਂਡੇਮਿਕ ਦੇ ਦੌਰਾਨ ਮੈਕਸੀਕੋ ਤੋਂ ਆਏ ਲੋਕਾਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਣ ਦੇ ਲਈ ਸੈਨ ਡਿਏਗੋ ਹੋਟਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਇੱਥੇ ਕੁਆਰੰਟਾਈਨ ਦੀ ਮਿਆਦ ਜਾਣੀ ਕਿ ਸਮਾਂ ਪੂਰਾ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚ ਉਹ ਆਪਣੇ ਰਿਸ਼ਤੇਦਾਰਾਂ, ਦੋਸਤਾਂ ਕੋਲ ਜਾਂ ਫਿਰ ਹੋਰ ਥਾਵਾਂ ਦੇ ਉੱਪਰ ਜਾ ਸਕਣਗੇ। ਦੱਸੀਏ ਕਿ ਜੋ ਬਾਈਡਨ ਵੱਲੋਂ ਟਰੰਪ ਦੇ ਕਈ ਫੈਸਲਿਆਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਫੈਸਲੇ ਇੱਥੇ ਲੋਕਾਂ ਦੇ ਲਈ ਸਖਤੀ ਦੇ ਨਾਲ ਲਾਗੂ ਕੀਤੇ ਜਾ ਰਹੇ ਸਨ, ਉਹ ਉਹਨਾਂ ਦੇ ਵਿੱਚ ਬਦਲਾਅ ਕਰਨਾ ਚਾਹੁੰਦੇ ਹਨ। ਕੱਲ੍ਹ ਤੋਂ ਕੈਨੇਡਾ ਦੇ ਵਿੱਚ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡਾ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ 3 ਦਿਨ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ, ਉਹ ਵੀ ਆਪਣੇ ਖਰਚੇ ਦੇ ਉੱਪਰ। ਇਸ ਦੇ ਲਈ ਸਰਕਾਰ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ $2,000 ਤੱਕ ਦਾ ਖਰਚਾ ਆਵੇਗਾ। ਹੁਣ ਲਿਸਟ ਜਾਰੀ ਕੀਤੀ ਗਈ ਹੈ तमाम ਉਹਨਾਂ ਹੋਟਲਸ ਦੀ ਜਿੱਥੇ ਜੋ ਇੰਟਰਨੈਸ਼ਨਲ ਟਰੈਵਲਰਸ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਸਕਦੇ ਨੇ। ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹੋਟਲ ਨੂੰ ਚੁਣਿਆ ਗਿਆ ਹੈ, ਜਾਣੀ ਲਿਸਟ ਦੇ ਵਿੱਚ ਜਾਰੀ ਕਰ ਦਿੱਤਾ ਗਿਆ, ਜਿੱਥੇ ਆਪਣੇ ਆਪ ਨੂੰ ਜੋ ਇੰਟਰਨੈਸ਼ਨਲ ਟਰੈਵਲਰਸ ਨੇ ਆ ਕੇ ਆਈਸੋਲੇਟ ਕਰਨਗੇ। ਕੱਲ੍ਹ ਤੋਂ ਕੈਨੇਡਾ ਦੇ ਵਿੱਚ ਨਵੇਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਨਿਯਮ ਲਾਗੂ ਹੋਣ ਜਾ ਰਹੇ ਹਨ। ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 22 ਫਰਵਰੀ ਤੋਂ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ 3 ਦਿਨ ਦੇ ਲਈ ਹੋਟਲ ਦੇ ਵਿੱਚ ਆਪਣੇ ਖਰਚੇ ਤੇ ਲਾਜ਼ਮੀ ਤੌਰ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ। ਇਸ ਦੇ ਲਈ ਸਰਕਾਰ ਵੱਲੋਂ ਉਹਨਾਂ तमाम ਹੋਟਲਸ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਨਾਲ ਦੀ ਨਾਲ ਸਰਕਾਰ ਵੱਲੋਂ ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਸ ਦੇ ਉੱਪਰ $2,000 ਤੱਕ ਦਾ ਖਰਚਾ ਆਵੇਗਾ। ਇਸੇ ਦੇ ਚੱਲਦਿਆਂ ਕੈਨੇਡਾ ਸਰਕਾਰ ਵੱਲੋਂ ਇੰਟਰਨੈਸ਼ਨਲ ਟਰੈਵਲਰਸ ਦੇ ਲਈ ਕੈਨੇਡਾ ਆਉਣ ਦੇ ਉੱਪਰ ਹੋਟਲ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਕੁਆਰੰਟਾਈਨ ਕੀਤਾ ਜਾਵੇਗਾ, ਇਸ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਜਾਣੀ ਕੱਲ੍ਹ ਤੋਂ ਇਹ ਨਿਯਮ ਸ਼ੁਰੂ ਹੋ ਰਹੇ ਹਨ। ਜੋ ਵੀ ਇੱਥੇ ਇੰਟਰਨੈਸ਼ਨਲ ਟਰੈਵਲਰ ਆਏਗਾ, ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਦੇ ਉੱਪਰ ਲੈਂਡ ਹੋਣ ਵੇਲੇ ਉਸ ਨੂੰ ਹੋਟਲ ਦੇ ਵਿੱਚ ਆਈਸੋਲੇਟ ਕਰਨਾ ਹੋਵੇਗਾ। ਇਸ ਦੌਰਾਨ ਕੈਨੇਡਾ ਪਹੁੰਚਣ ਦੇ ਉੱਪਰ ਕੀਤੇ ਗਏ ਆਪਣੇ ਕੋਵਿਡ-19 ਟੈਸਟ ਰਿਪੋਰਟ ਦੀ ਵੀ ਉਹ ਉਡੀਕ ਕਰਨਗੇ। ਹੋਟਲ ਦੇ ਵਿੱਚ ਟਰੈਵਲਰਸ ਨੂੰ 72 ਘੰਟੇ ਦੇ ਲਈ ਰੁਕਣਾ ਹੋਵੇਗਾ ਅਤੇ ਹੋਟਲ ਦਾ ਕਿਰਾਇਆ ਜਾਣੀ ਕਿ ਜੋ ਵੀ ਇਸ ਦੇ ਉੱਪਰ ਖਰਚਾ ਆਵੇਗਾ ਆਪਣੀ ਜੇਬ ਚੋਂ ਭਰਨਾ ਪਵੇਗਾ। ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜੇਕਰ ਤੁਸੀਂ ਪੀਅਰਸਨ 에ਅਰਪੋਰਟ ਦੇ ਉੱਪਰ ਉਤਰਦੇ ਹੋ ਤਾਂ ਤੁਹਾਡੇ ਕੋਲ 4 ਹੋਟਲਸ ਦੇ ਆਪਸ਼ਨ ਹੋਣਗੇ। ਅਲਟ ਹੋਟਲ ਪੀਅਰਸਨ 에ਅਰਪੋਰਟ, 4 ਪੁਆਇੰਟਸ ਬਾਈ ਸ਼ੈਰਟਨ ਐਂਡ ਐਲੀਮੈਂਟ ਟੋਰਾਂਟੋ 에ਅਰਪੋਰਟ, ਹੌਲੀਡੇ ਇਨ ਟੋਰਾਂਟੋ ਇੰਟਰਨੈਸ਼ਨਲ 에ਅਰਪੋਰਟ, ਸ਼ੈਰਟਨ ਗੇਟਵੇ ਹੋਟਲ ਇਨ ਟੋਰਾਂਟੋ ਇੰਟਰਨੈਸ਼ਨਲ 에ਅਰਪੋਰਟ। क्यूबेक इंटरनेशनल एयरपोर्ट तो आउण वास्ते अलोफ्ट मॉन्ट्रियल एयरपोर्ट, क्राउन प्लाजा मॉन्ट्रियल एयरपोर्ट,
Holiday Inn Express and Suites Montreal Airport Marriott Inn Terminal, Calgary International Airport ਤੋਂ ਆਉਣ ਵਾਲਿਆਂ ਦੇ ਲਈ Acclam Hotel, Calgary Airport Marriott Inn Terminal Hotel। ਇਸ ਦੇ ਨਾਲ ਹੀ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੋਂ ਆਉਣ ਵਾਲਿਆਂ ਵਾਸਤੇ ਫੇਅਰਮੌਂਟ ਵੈਂਕੂਵਰ 에ਅਰਪੋਰਟ, ਰੈਡੀਸਨ ਵੈਂਕੂਵਰ 에ਅਰਪੋਰਟ, ਦ ਵੈਸਟਿਨ ਵਾਲ ਸੈਂਟਰ ਵੈਂਕੂਵਰ 에ਅਰਪੋਰਟ, ਇਹਨਾਂ तमाम ਹੋਟਲਸ ਦੀ ਲਿਸਟ ਜਾਰੀ ਕੀਤੀ ਗਈ ਹੈ। ਹੋਟਲ ਦੇ ਵਿੱਚ ਟਰੈਵਲਰਸ ਵੱਲੋਂ ਰੁਕਣ ਦੇ ਇੰਤਜ਼ਾਮ ਅਮਰੀਕਨ ਐਕਸਪ੍ਰੈਸ ਗਲੋਬਲ ਬਿਜ਼ਨਸ ਟਰੈਵਲਰ ਵੱਲੋਂ ਕੀਤੇ ਜਾਣਗੇ। ਇਸ ਦੇ ਵਾਸਤੇ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ। 3 ਰਾਤਾਂ ਦੇ ਲਈ ਹੋਟਲ ਦੇ ਵਿੱਚ ਆਪਣਾ ਖਰਚਾ ਖੁਦ ਉੱਥੇ ਕੁਆਰੰਟਾਈਨ ਕਰਨ ਵਾਲੇ ਇੰਟਰਨੈਸ਼ਨਲ ਟਰੈਵਲਰ ਨੂੰ ਕਰਨਾ ਪਵੇਗਾ। ਇੰਟਰਨੈਸ਼ਨਲ ਟਰੈਵਲਰ 1800-294-8253 ਉੱਪਰ ਕਾਲ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹਨ। ਕਿਸ ਹੋਟਲ ਦੇ ਵਿੱਚ ਉਹਨਾਂ ਵੱਲੋਂ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਵੈਕਸੀਨ ਦੇ ਰਿਕਾਰਡ ਟੁੱਟੇ ਹਨ। 24 ਘੰਟਿਆਂ ਦੌਰਾਨ ਕਾਫੀ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਦਿੱਤਾ ਗਿਆ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਜੋ ਕਿ ਇੱਕ ਰਾਹਤ ਦੀ ਖਬਰ ਹੈ। ਤੇ ਦੂਜੇ ਪਾਸੇ ਇੱਕ ਚੰਗੀ ਖਬਰ ਹੈ ਕਿ ਇੱਕੋ ਦਿਨ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਡੋਜ਼ ਦਿੱਤੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨੇਸ਼ਨ ਦੇ 24 ਘੰਟਿਆਂ ਦੇ ਵਿੱਚ ਰਿਕਾਰਡ ਟੁੱਟੇ ਹਨ। ਇੱਥੇ ਵੱਧ ਤੋਂ ਵੱਧ ਲੋਕਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਵੈਕਸੀਨ ਡੋਜ਼ ਦਿੱਤੇ ਗਏ। ਇਸ ਦੀ ਜਾਣਕਾਰੀ ਹੈਲਥ ਆਫੀਸ਼ੀਅਲਸ ਦੇ ਵੱਲੋਂ ਖੁਦ ਸਾਂਝੀ ਕੀਤੀ ਗਈ। ਜਾਣਕਾਰੀ ਅਨੁਸਾਰ ਇੱਥੇ ਸਿਰਫ 508 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ। ਇੱਕੋ ਦਿਨ ਦੇ ਵਿੱਚ ਰਿਕਾਰਡ ਤੋੜ 12,251 ਵੈਕਸੀਨ ਡੋਜ਼ ਲਗਾਏ ਗਏ। ਹੁਣ ਤੱਕ 1,92,942 ਡੋਜ਼ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦੇ ਵਿੱਚ 36,923 ਸੈਕਿੰਡ ਡੋਜ਼ ਵੀ ਸ਼ਾਮਲ ਹਨ। ਅਧਿਕਾਰੀਆਂ ਵੱਲੋਂ ਇਸ ਨੂੰ ਇੱਕ ਚੰਗੀ ਖਬਰ ਦੱਸਿਆ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੱਥੇ ਕੋਵਿਡ-19 ਵੈਕਸੀਨ ਡੋਜ਼ ਇੱਕੋ ਦਿਨ ਦੇ ਵਿੱਚ ਦਿੱਤੇ ਗਏ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਹੁਣ ਕਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਸਮੇਂ ਹਸਪਤਾਲ ਦੇ ਵਿੱਚ 217 ਮਰੀਜ਼ ਨੇ, ਜਿਨ੍ਹਾਂ ਵਿੱਚੋਂ 61 ਇੰਟੈਂਸਿਵ ਕੇਅਰ ਅਧੀਨ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁੱਲ 4,486 ਐਕਟਿਵ ਮਾਮਲੇ ਹਨ। So what we need to do and what we have been doing in British Columbia all along is respond to our own pandemic. A possibility of resurgence of cases absolutely exists, which is why we're doing what we're doing, which is maintaining public health measures, monitoring the spread of COVID-19 in our population very, very carefully, and then really adjusting our public health measures when it is possible to do so, and focusing on the settings and situations where COVID-19 has a tendency to spread, which is really through uncontrolled gatherings and interactions. So gatherings and interactions in situations where you can't have a safety plan. So there is actually no indication from the behavior of the variants that we need to do anything that is different. And what we mean by that is that the mode of transmission of the new variants is very similar to other variants. The virus is just more efficient at transmission. What that means is that the things that we need to do to prevent the transmission of variants is the exact same thing we do to prevent COVID-19, but we have less room for error. And as we talked about before, this is the time when many of us have been doing this for a really, really long time, and none of it is new, but we have to recommit to doing them consistently and staying home when we're sick, not having gatherings. ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿੱਚ ਮੰਗਲਵਾਰ ਨੂੰ ਇੱਕ ਮੁਲਾਕਾਤ ਜਾਣੀ ਕਿ ਮੀਟਿੰਗ ਹੋਣ ਜਾ ਰਹੀ ਹੈ। ਵਰਚੁਅਲ ਇਹ ਮੀਟਿੰਗ ਹੋਏਗੀ। ਕਿਹਾ ਜਾ ਰਿਹਾ ਹੈ ਕਿ 1 ਘੰਟੇ ਤੋਂ ਵੱਧ ਦੀ ਇਹ ਮੀਟਿੰਗ ਹੋ ਸਕਦੀ ਹੈ। ਵਾਈਟ ਹਾਊਸ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਦੋਹਾਂ ਨੇਤਾਵਾਂ ਵੱਲੋਂ ਕੀਤਾ ਜਾਵੇਗਾ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੀਸਟੋਨ ਪਾਈਪਲਾਈਨ ਬਾਰੇ ਵਿੱਚ ਵੀ ਗੱਲਬਾਤ ਹੋ ਸਕਦੀ ਹੈ, ਪਰ ਇਸ ਮੁਲਾਕਾਤ ਦਾ ਮੁੱਖ ਮੁੱਦਾ ਉਹ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਪਸ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ। ਦੋਹਾਂ ਨੇਤਾਵਾਂ ਦੇ ਵਿੱਚ ਮੰਗਲਵਾਰ ਨੂੰ ਵਰਚੁਅਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਦੇ ਵਿੱਚ ਯੂਐਸ ਅਤੇ ਕੈਨੇਡਾ ਦੀ ਮਜ਼ਬੂਤ ਅਤੇ ਡੂੰਘੀ ਪਾਰਟਨਰਸ਼ਿਪ ਨੂੰ ਹਾਈਲਾਈਟ ਕੀਤਾ ਜਾਵੇਗਾ। ਇਸ ਬਾਰੇ ਪੁਸ਼ਟੀ ਖੁਦ ਵਾਈਟ ਹਾਊਸ ਵੱਲੋਂ ਕੀਤੀ ਗਈ ਹੈ। ਦੱਸੀਏ ਕਿ ਇਸ ਦੇ ਵਿੱਚ ਕੋਵਿਡ-19 ਪੈਂਡੈਮਿਕ, ਇਕਨੋਮਿਕ ਰਿਕਵਰੀ, ਜੌਬ ਕ੍ਰੀਏਸ਼ਨ, ਮੇਨਟੇਨਿੰਗ ਕ੍ਰਾਸ ਬਾਰਡਰ ਸਪਲਾਈ ਚੇਨਸ, ਕਲਾਈਮੇਟ ਚੇਂਜ, ਐਨਰਜੀ, ਡਿਫੈਂਸ ਅਤੇ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੇ ਉੱਪਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ।
ਉਹਨਾਂ ਕਿਹਾ ਕਿ ਜੋ ਬਾਈਡਨ ਦੇ ਨਾਲ ਮੀਟਿੰਗ ਦੇ ਲਈ ਉਹ ਕਾਫੀ ਉਤਸ਼ਾਹਿਤ ਹਨ। ਉਹ ਇਕੱਠੇ ਬਾਈਡਨ ਦੇ ਨਾਲ ਕੋਵਿਡ-19 ਵਾਇਰਸ ਦੇ ਉੱਪਰ ਕਾਬੂ ਪਾਉਣ ਦੇ ਲਈ ਕੰਮ ਕਰਨਗੇ। ਇਹ ਮੀਟਿੰਗ 1 ਘੰਟੇ ਤੋਂ ਵੱਧ ਹੋਵੇਗੀ, ਇਸ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਮੁਲਾਕਾਤ ਦੇ ਵਿੱਚ ਦੋਹਾਂ ਨੇਤਾਵਾਂ ਦੀ 1-on-1 ਚੈਟ ਹੋਵੇਗੀ। ਇਸ ਦੇ ਨਾਲ ਹੀ ਯੂਐਸ ਅਤੇ ਕੈਨੇਡੀਅਨ ਕੈਬਨਿਟ ਮੈਂਬਰਸ ਅਤੇ ਆਫੀਸ਼ੀਅਲਸ ਦੇ ਵਿੱਚ ਵੀ ਐਕਸਪੈਂਡਡ ਸੈਸ਼ਨ ਹੋਵੇਗਾ। ਇਸ ਮੀਟਿੰਗ ਦੇ ਵਿੱਚ ਕੀਸਟੋਨ ਐਕਸਲ ਪਾਈਪਲਾਈਨ ਕੈਂਸਲੇਸ਼ਨ ਦੇ ਉੱਪਰ ਵੀ ਚਰਚਾ ਕੀਤੀ ਜਾਣ ਦੀ ਉਮੀਦ ਹੈ, ਪਰ ਇਹ ਇਸ ਚਰਚਾ ਦਾ ਜਾਣੀ ਕਿ ਇਸ ਮੀਟਿੰਗ ਦਾ ਮੁੱਖ ਮੁੱਦਾ ਨਹੀਂ ਹੋਵੇਗਾ। ਦੱਸੀਏ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਜੋ ਬਾਈਡਨ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਟਰੂਡੋ ਅਜਿਹੇ ਪਹਿਲੇ ਨੇਤਾ ਸਨ ਜਿਨ੍ਹਾਂ ਦੇ ਨਾਲ ਜੋ ਬਾਈਡਨ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲ ਦੇ ਆਧਾਰ ਦੇ ਉੱਪਰ ਗੱਲਬਾਤ ਕੀਤੀ ਗਈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕਈ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਕਰੋਨਾ ਵਾਇਰਸ ਦੇ ਕਰਕੇ। ਅਲਬਰਟਾ ਤੋਂ ਜਾਣਕਾਰੀ ਹੈ ਕਿ ਇੱਥੇ ਹੁਣ ਪਾਰਕਾਂ ਦੀ ਬੁਕਿੰਗ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਾਣੀ ਕਿ 4 ਮਾਰਚ ਤੋਂ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਦੇ ਵਾਸਤੇ 90 ਦਿਨ ਪਹਿਲਾਂ ਐਡਵਾਂਸ ਬੁਕਿੰਗ ਕਰਵਾਉਣੀ ਪਵੇਗੀ। ਅਲਬਰਟਾ ਦੇ ਵਿੱਚ ਪ੍ਰੋਵਿੰਸ਼ੀਅਲ ਪਾਰਕ ਕੈਂਪਿੰਗ ਰਿਜ਼ਰਵੇਸ਼ਨ ਮਾਰਚ 4 ਤੋਂ ਸ਼ੁਰੂ ਹੋ ਗਈ ਹੈ। ਗਰਮੀਆਂ ਦੀ ਕੈਨੇਡਾ ਦੇ ਵਿੱਚ ਆਮਦ ਹੋਣ ਵਾਲੀ ਹੈ। ਇਸ ਦੇ ਚੱਲਦਿਆਂ 2021 ਦੇ ਲਈ ਆਨਲਾਈਨ ਕੈਂਪਿੰਗ ਰਿਜ਼ਰਵੇਸ਼ਨ ਸਿਸਟਮ ਦੀ ਮਾਰਚ 4 ਤੋਂ ਸ਼ੁਰੂਆਤ ਹੋ ਰਹੀ ਹੈ। ਇਸ ਵਾਸਤੇ 90 ਦਿਨ ਪਹਿਲਾਂ ਆਪਣੀ ਰਿਜ਼ਰਵੇਸ਼ਨ ਕਰਵਾਉਣੀ ਪਵੇਗੀ। ਸਾਊਥ ਰੀਜਨ ਸਾਈਟਸ ਸਵੇਰੇ 9 ਵਜੇ, ਕਨਾਨੈਸਕਿਸ ਕੰਟਰੀ ਸਾਈਟਸ ਸਵੇਰੇ 11 ਵਜੇ ਅਤੇ ਸੈਂਟਰਲ ਰੀਜਨ ਨੂੰ 1 ਵਜੇ, ਨਾਰਦਰਨ ਅਲਬਰਟਾ ਦੇ ਲਈ ਬੁਕਿੰਗਸ 3 ਵਜੇ ਖੁੱਲਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਕੰਫਰਟ ਕੈਂਪਿੰਗ ਰਿਜ਼ਰਵੇਸ਼ਨ ਮਾਰਚ 5 ਤੋਂ ਸ਼ੁਰੂ ਹੋਵੇਗੀ। ਇਹਨਾਂ ਸਾਈਟਸ ਦੇ ਲਈ ਬੁਕਿੰਗ 180 ਦਿਨ ਪਹਿਲਾਂ ਕਰਵਾਉਣੀ ਪਵੇਗੀ। ਇਸ ਸਮੇਂ ਬੈਕ ਕੰਟਰੀ ਕੈਂਪਿੰਗ ਦੇ ਲਈ 90 ਦਿਨ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ। ਦੱਸੀਏ ਕਿ ਕਰੋਨਾ ਵਾਇਰਸ ਦੇ ਕਰਕੇ ਪਾਰਕਸ ਦੀ ਰਿਜ਼ਰਵੇਸ਼ਨ ਨੂੰ ਬੰਦ ਕੀਤਾ ਗਿਆ ਸੀ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਚੀਜ਼ਾਂ ਨੂੰ ਬੰਦ ਕੀਤਾ ਗਿਆ ਤਾਂ ਕਿ ਜੋ ਕਰੋਨਾ ਦੇ ਹਾਲਾਤ ਇੱਥੇ ਬਣੇ ਹੋਏ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਸੋ ਕੈਨੇਡਾ ਦੇ ਵਿੱਚ ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਐਲਬਰਟਾ ਵਾਸੀਆਂ ਨੂੰ ਇੱਕ ਰਾਹਤ ਦੀ ਖਬਰ ਦਿੱਤੀ ਹੈ ਕਿ ਐਲਬਰਟਾ ਦੇ ਵਿੱਚ ਪ੍ਰੋਵਿੰਸ਼ੀਅਲ ਪਾਰਕ ਕੈਂਪਿੰਗ ਰਿਜ਼ਰਵੇਸ਼ਨ ਮਾਰਚ 4 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ, ਪਰ ਇਸ ਦੇ ਵਾਸਤੇ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਵਾਉਣੀ ਪਵੇਗੀ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨਾਲ ਦੀ ਨਾਲ ਇਹ ਵੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1200 ਨਵੇਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 28 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਵੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਇੱਥੇ 57,000 ਦੇ ਕਰੀਬ ਕੋਵਿਡ-19 ਟੈਸਟ ਕੀਤੇ ਗਏ। 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਇੱਥੇ ਕੁੱਲ ਮੌਤਾਂ ਦਾ ਅੰਕੜਾ 6,848 ਹੋ ਗਿਆ ਹੈ। ਹਸਪਤਾਲ ਦੇ ਵਿੱਚ ਇਸ ਸਮੇਂ 699 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 263 ਇੰਟੈਂਸਿਵ ਕੇਅਰ ਅਧੀਨ ਹਨ ਅਤੇ 181 ਵੈਂਟੀਲੇਟਰ ਦੇ ਉੱਪਰ ਨੇ। ਠੀਕ ਹੋਣ ਵਾਲੇ ਮਰੀਜ਼ 24 ਘੰਟਿਆਂ ਦੌਰਾਨ 1,313 ਰਿਕਾਰਡ ਕੀਤੇ ਗਏ। ਹੁਣ ਤੱਕ ਇੱਥੇ ਕਰੀਬ 2,91,999 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਇੱਥੇ 2,74,714 ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਉਧਰ ਟੋਰਾਂਟੋ ਤੋਂ 331, ਪੀਲ ਰੀਜਨ ਤੋਂ 228, ਯਾਰਕ ਰੀਜਨ ਤੋਂ 132 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 769 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ 14 ਮੌਤਾਂ ਕੋਵਿਡ-19 ਦੇ ਕਰਕੇ ਇੱਥੇ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ 2,81,456 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 10,292 ਦੇ ਕਰੀਬ ਲੋਕਾਂ ਦੀ ਇੱਥੇ ਇਸ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 700 ਦੇ ਕਰੀਬ ਮਰੀਜ਼ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਦੇ ਕਰਕੇ ਇਲਾਜ ਚੱਲ ਰਿਹਾ ਹੈ। ਇਹਨਾਂ ਵਿੱਚੋਂ 120 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 15,386 ਕੋਵਿਡ ਵੈਕਸੀਨ ਡੋਜ਼ਸ ਦਿੱਤੀਆਂ ਗਈਆਂ। ਮੈਨੀਟੋਬਾ ਤੋਂ ਕੋਰੋਨਾ ਦੇ 95 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 3 ਮੌਤਾਂ ਰਿਕਾਰਡ ਕੀਤੀਆਂ ਗਈਆਂ। ਮੈਨੀਟੋਬਾ ਦੇ ਵਿੱਚ 206 ਦੇ ਕਰੀਬ ਮਰੀਜ਼ ਹਸਪਤਾਲ ਦੇ ਵਿੱਚ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 8,43,000 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 21,624 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਇੱਥੇ ਜਾਨ ਜਾ ਚੁੱਕੀ ਹੈ। 7,99,000 ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਇਹ ਕੈਨੇਡਾ ਦੇ ਰਿਕਵਰਡ ਮਾਮਲੇ ਹਨ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਦੇ ਸਬਵੇ ਸਟੇਸ਼ਨਾਂ ਦੇ ਉੱਪਰ ਛੁਰੇਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਦੇ ਉੱਪਰ ਜੋ ਹੋਮਲੈਸ ਲੋਕ ਨੇ, ਜਾਣੀ ਕਿ ਬੇਘਰ ਲੋਕ, ਉਹਨਾਂ ਨੂੰ ਸੁਰੱਖਿਆ
ਮੁਹੱਈਆ ਕਰਵਾਉਣ ਦੇ ਵਾਸਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਸਬਵੇ ਸਟੇਸ਼ਨਾਂ ਦੇ ਉੱਪਰ 600 ਤੋਂ ਵੱਧ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਸਬਵੇ ਸਟੇਸ਼ਨਾਂ ਦੇ ਉੱਪਰ ਸ਼ੁਰੇਬਾਜ਼ੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਨੂੰ ਦੇਖਦਿਆਂ ਨਿਊਯਾਰਕ ਦੇ ਸਬਵੇ ਸਟੇਸ਼ਨਾਂ ਦੇ ਉੱਪਰ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਸਾਰੇ ਮਾਮਲਿਆਂ ਨੂੰ ਦੇਖਦੇ ਹੋਏ ਬੇਘਰ ਲੋਕਾਂ ਨੂੰ, ਜਿਹੜੇ ਕਿ ਹੋਮਲੈਸ ਪੀਪਲ ਨੇ, ਉਹਨਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਨਿਊਯਾਰਕ ਪੁਲਿਸ ਡਿਪਾਰਟਮੈਂਟ ਵੱਲੋਂ 600 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਸਬਵੇ ਸਟੇਸ਼ਨ ਦੇ ਉੱਪਰ ਤਾਇਨਾਤ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਦੇ ਵਿੱਚ ਜੋ ਪਿਛਲੇ ਦਿਨੀ ਇੱਕ ਘਟਨਾ ਵਾਪਰੀ, ਜਿਸ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 4 ਹੋਰ ਜ਼ਖਮੀ ਹੋ ਗਏ। ਸਾਰੇ ਪੀੜਤ ਹੋਮਲੈਸ ਸਨ, ਜਦਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਰ ਵੀ ਹਿੰਸਕ ਘਟਨਾਵਾਂ ਸਾਹਮਣੇ ਆਈਆਂ। ਇਸ ਮਾਮਲੇ ਦੇ ਵਿੱਚ ਟ੍ਰਾਂਜ਼ਿਟ ਚੀਫ ਕੈਥਲਿਨ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਦੇ ਮਕਸਦ ਦੇ ਨਾਲ 644 ਅਧਿਕਾਰੀ ਪਲੇਟਫਾਰਮ ਦੇ ਉੱਪਰ ਰੇਲ ਗੱਡੀਆਂ ਦਾ ਮੁਆਇਨਾ ਕਰਨ ਦੇ ਲਈ ਤਾਇਨਾਤ ਕੀਤੇ ਜਾ ਰਹੇ ਹਨ। ਇਹ ਜਿਹੜੇ ਆਫੀਸ਼ੀਅਲਸ ਨੂੰ ਇੱਥੇ ਅਪਾਇੰਟ ਕੀਤਾ ਜਾ ਰਿਹਾ ਹੈ, ਉਹਨਾਂ ਵਿੱਚੋਂ 331 ਟ੍ਰਾਂਜ਼ਿਟ ਬਿਊਰੋ ਅਧਿਕਾਰੀ ਹਨ, 313 ਪੈਟਰੋਲ ਬਿਊਰੋ ਪੁਲਿਸ ਅਧਿਕਾਰੀ ਹਨ। ਇਹ ਜੋ ਕਦਮ ਚੁੱਕਿਆ ਗਿਆ ਹੈ, ਇਸ ਨੂੰ ਦੇਖਦਿਆਂ ਕਈ ਲੋਕਾਂ ਦਾ ਕਹਿਣਾ ਹੈ ਕਿ ਬੇਘਰ ਲੋਕਾਂ ਨੂੰ ਰਹਿਣ ਦੇ ਲਈ ਘਰ ਬਣਾ ਕੇ ਦਿੱਤੇ ਜਾਣ। ਸੋ ਇੱਕ ਚੰਗਾ ਕਦਮ ਚੁੱਕਿਆ ਗਿਆ ਹੈ, ਜਿੱਥੇ ਜਿਹੜੇ ਬੇਘਰ ਲੋਕ ਸਟੇਸ਼ਨਾਂ ਦੇ ਉੱਪਰ ਹਨ, ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ, ਜਿੱਥੇ ਕਈ ਅਧਿਕਾਰੀਆਂ ਨੂੰ ਅਪਾਇੰਟ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਮਾਮਲੇ ਪਿਛਲੇ ਦਿਨਾਂ ਤੋਂ ਸਾਹਮਣੇ ਆਏ ਹਨ, ਉਸ ਦੇ ਉੱਪਰ ਕੰਟਰੋਲ ਕੀਤਾ ਜਾ ਸਕੇ। ਅਮਰੀਕਾ ਦੇ ਵਿੱਚ ਕੋਵਿਡ-19 ਦੇ ਜੋ ਹਾਲਾਤ ਨੇ, ਉਸ ਦੇ ਨਾਲ ਸਾਰੇ ਜਾਣੂ ਨੇ, ਪਰ ਇੱਥੋਂ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ ਅਮਰੀਕਾ ਦੇ ਵਿੱਚੋਂ ਤੇ ਆਮ ਵਾਂਗ ਹਾਲਾਤ ਇੱਥੇ ਜਲਦ ਹੋ ਜਾਣਗੇ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਕੋਵਿਡ-19 ਦਾ ਦੇਖਣ ਨੂੰ ਮਿਲਿਆ। ਅਜਿਹੇ ਦੇ ਵਿੱਚ ਜੋ ਬਾਈਡਨ ਦੇ ਲਈ ਇਹ ਕਾਫੀ ਚੁਣੌਤੀ ਭਰਿਆ ਹੈ ਕਿ ਹਾਲਾਤਾਂ ਨੂੰ ਜਲਦ ਤੋਂ ਜਲਦ ਕਾਬੂ ਦੇ ਵਿੱਚ ਕੀਤਾ ਜਾਵੇ। ਉਹਨਾਂ ਨੇ ਅਹੁਦਾ ਸੰਭਾਲਦਿਆਂ ਐਲਾਨ ਕੀਤਾ ਕਿ ਅਮਰੀਕਨਸ ਨੂੰ ਸੁਰੱਖਿਅਤਾ ਪਹੁੰਚਾਉਣ ਦੇ ਲਈ ਅਤੇ ਇਸ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਵੈਕਸੀਨੇਸ਼ਨ ਨੂੰ ਤੇਜ਼ ਕੀਤਾ ਜਾਵੇਗਾ। ਹੁਣ ਜੋ ਬਾਈਡਨ ਵੱਲੋਂ ਕਿਹਾ ਗਿਆ, ਜਾਂ ਫਿਰ ਕਹੀਏ ਕਿ ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਅਮਰੀਕਾ ਦੇ ਵਿੱਚ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਇੱਥੇ ਆਮ ਵਾਂਗ ਹਾਲਾਤ ਹੋ ਜਾਣਗੇ, ਕਿਉਂਕਿ ਅਮਰੀਕਾ ਇਸ ਵਾਇਰਸ ਤੋਂ ਉੱਭਰ ਆਵੇਗਾ। ਦੱਸੀਏ ਕਿ ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਰੋਸਾ ਦਿਵਾਇਆ ਕਿ ਇੱਥੇ ਹਾਲਾਤ ਜਲਦ ਕਾਬੂ ਦੇ ਵਿੱਚ ਹੋ ਜਾਣਗੇ। ਬਾਈਡਨ ਦਾ ਮੰਨਣਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤੱਕ ਨਾਰਮਲ ਸਥਿਤੀ ਦੇ ਵਿੱਚ, ਜਾਣੀ ਕਿ ਨਾਰਮਲ ਸਿਚੁਏਸ਼ਨ ਦੇ ਵਿੱਚ ਆ ਜਾਵੇਗਾ, ਕਿਉਂਕਿ ਲੱਖਾਂ ਅਮਰੀਕਨਸ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੋਵੇਗੀ। ਜੋ ਬਾਈਡਨ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰਦਾ। ਕੋਰੋਨਾ ਪੈਂਡੇਮਿਕ ਦੇ ਕਈ ਹੋਰ ਵੇਰੀਐਂਟ ਵੀ ਹਨ। ਉਹਨਾਂ ਕਿਹਾ ਕਿ ਅਸੀਂ ਉਹ ਹਰ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਨਾਲ ਕੋਵਿਡ-19 ਦੇ ਉੱਪਰ ਕੰਟਰੋਲ ਕੀਤਾ ਜਾ ਸਕੇ। ਦੱਸੀਏ ਕਿ ਅਮਰੀਕਾ ਵਿੱਚ ਹੁਣ ਤੱਕ 28 ਮਿਲੀਅਨ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਹਨ। 4,96,000 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਕੈਨੇਡਾ US ਬਾਰਡਰ ਫਿਲਹਾਲ ਨਹੀਂ ਖੁੱਲੇਗਾ। ਇਸ ਨੂੰ ਬੰਦ ਕਰਨ ਦੀ ਤਾਰੀਖ ਅੱਗੇ 21 ਮਾਰਚ ਤੱਕ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 21 ਫਰਵਰੀ ਤੱਕ ਇਹ ਬਾਰਡਰ ਬੰਦ ਰਹਿਣਗੇ। ਇੱਥੇ ਜੋ ਐਸੈਂਸ਼ੀਅਲ ਜ਼ਰੂਰੀ ਚੀਜ਼ਾਂ ਨੇ, ਆਵਾਜਾਈ ਹੈ, ਉਸ ਨੂੰ ਹੀ ਜਾਣ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਗੈਰ ਜ਼ਰੂਰੀ ਆਵਾਜਾਈ ਵਾਸਤੇ ਇਸ ਬਾਰਡਰ ਨੂੰ ਬੰਦ ਕੀਤਾ ਗਿਆ ਹੈ। ਹਰ ਮਹੀਨੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਆਪਸ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ, ਪਰ ਅਜੇ ਇਸ ਦੇ ਉੱਪਰ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਕਿ ਕਦੋਂ ਇਸ ਬਾਰਡਰ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ, ਕਿਉਂਕਿ ਕੈਨੇਡਾ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦਾ, ਕਿਉਂਕਿ ਅਮਰੀਕਾ ਵਾਲੇ ਪਾਸੇ ਕੋਵਿਡ-19 ਵਾਇਰਸ ਦਾ ਫੈਲਾਅ ਅਜੇ ਵੀ ਬਹੁਤ ਜ਼ਿਆਦਾ ਹੈ। ਮਾਰਚ ਮਹੀਨੇ ਤੋਂ ਪੈਂਡੇਮਿਕ ਦੀ ਸ਼ੁਰੂਆਤ ਤੋਂ ਹੀ US ਕੈਨੇਡਾ ਬਾਰਡਰ ਬੰਦ ਪਿਆ ਹੈ। ਹਾਲਾਂਕਿ ਇਸ ਦੇ ਰਾਹੀਂ ਐਸੈਂਸ਼ੀਅਲ, ਜਾਣੀ ਕਿ ਜ਼ਰੂਰੀ ਆਵਾਜਾਈ ਨੂੰ ਇਜਾਜ਼ਤ ਦਿੱਤੀ ਗਈ ਹੈ, ਪਰ ਫਿਰ ਵੀ ਅਜੇ ਇਸ ਨੂੰ ਖੋਲ੍ਹਣ ਦੇ ਉੱਪਰ ਸਹਿਮਤੀ ਨਹੀਂ ਪ੍ਰਗਟਾਈ ਜਾ ਰਹੀ। ਕੈਨੇਡਾ US ਬਾਰਡਰ ਖੁੱਲ੍ਹਣ ਦੇ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ। ਜੋ ਲੋਕ ਅਮਰੀਕਾ ਤੋਂ ਕੈਨੇਡਾ ਤੋਂ ਅਮਰੀਕਾ ਬਾਰਡਰ ਰਾਹੀਂ ਸਫ਼ਰ ਕਰਨ ਦੇ ਇੰਤਜ਼ਾਰ ਦੇ ਵਿੱਚ ਬੈਠੇ ਹੋਏ ਸਨ, ਉਹਨਾਂ ਨੂੰ ਹੁਣ ਹੋਰ ਇੰਤਜ਼ਾਰ, ਜਾਣੀ ਕਿ ਵੇਟ ਕਰਨੀ ਪਵੇਗੀ। ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ ਅਮਰੀਕਾ ਬਾਰਡਰ ਦੇ ਰਾਹੀਂ ਗੈਰ ਜ਼ਰੂਰੀ ਯਾਤਰਾ ਦੇ ਉੱਪਰ ਪਾਬੰਦੀ ਨੂੰ ਹੋਰ ਵਧਾ ਕੇ 21 ਮਾਰਚ ਤੱਕ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਬਿਲ ਬਲੇਅਰ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸੀਏ ਕਿ ਮਾਰਚ ਮਹੀਨੇ ਤੋਂ ਹੀ ਕੈਨੇਡਾ US ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ।
ਹਰ ਮਹੀਨੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਆਪਸ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ ਕਿ ਇਸ ਬਾਰਡਰ ਨੂੰ ਅੱਗੇ ਖੋਲ੍ਹਣਾ ਹੈ ਜਾਂ ਫਿਰ ਬੰਦ ਹੀ ਰੱਖਣਾ ਹੈ। ਅਮਰੀਕਾ ਵਾਲੇ ਪਾਸਿਓਂ ਪਹਿਲਾਂ ਕੋਸ਼ਿਸ਼ ਹੋ ਚੁੱਕੀ ਹੈ। ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ, ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਕੈਨੇਡਾ US ਬਾਰਡਰ ਨੂੰ ਖੋਲ੍ਹ ਦਿੱਤਾ ਜਾਵੇ, ਪਰ ਕੈਨੇਡਾ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦਾ। ਅਜਿਹੇ ਦੇ ਵਿੱਚ ਉਹਨਾਂ ਨੇ ਇਸ ਉੱਪਰ ਜਾਣੀ ਕਿ ਬਾਰਡਰ ਨੂੰ ਖੋਲ੍ਹਣ ਦੇ ਉੱਪਰ ਸਹਿਮਤੀ ਦਾ ਪ੍ਰਗਟਾਵਾ ਨਹੀਂ ਕੀਤਾ। ਇਸ ਬਾਰਡਰ ਨੂੰ ਬੰਦ ਰੱਖਣ ਦਾ ਫੈਸਲਾ ਹਰ ਮਹੀਨੇ ਰੀਨਿਊ ਕੀਤਾ ਜਾਂਦਾ ਹੈ। ਸਰਹੱਦੀ ਪਾਬੰਦੀਆਂ ਤੇ ਮੌਜੂਦਾ ਸਮਝੌਤਾ 21 ਫਰਵਰੀ ਨੂੰ ਖਤਮ ਹੋਣ ਵਾਲਾ ਸੀ, ਜੋ ਹੁਣ 21 ਮਾਰਚ ਤੱਕ ਲਈ ਕਰ ਦਿੱਤਾ ਗਿਆ ਹੈ। ਜੋ ਜ਼ਰੂਰਤ ਦੀ ਆਵਾਜਾਈ ਹੈ, ਜਾਣੀ ਕਿ ਜਿਨ੍ਹਾਂ ਨੇ ਜ਼ਰੂਰੀ ਕੰਮ ਦੇ ਲਈ ਆਉਣਾ ਜਾਣਾ ਹੁੰਦਾ ਹੈ, ਉਹਨਾਂ ਨੂੰ ਇੱਥੋਂ ਬਾਰਡਰ ਕ੍ਰਾਸ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਾਬੰਦੀਆਂ ਤਹਿਤ ਸੈਲਾਨੀਆਂ ਅਤੇ ਸਰਹੱਦ ਪਾਰ ਦੀਆਂ ਯਾਤਰਾਵਾਂ ਦੇ ਉੱਪਰ ਪਾਬੰਦੀ ਹੈ। ਜੇਕਰ ਕਿਸੇ ਦਾ ਇਸ ਸਰਹੱਦ ਤੋਂ ਪਾਰ ਆਉਣਾ ਜ਼ਰੂਰੀ ਹੈ, ਉਸ ਨੂੰ ਹੀ ਇੱਥੋਂ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਕੈਨੇਡਾ ਪਹੁੰਚਣ ਦੇ ਉੱਪਰ ਉਹਨਾਂ ਨੂੰ 14 ਦਿਨਾਂ ਦੇ ਲਈ ਲਾਜ਼ਮੀ ਤੌਰ ਦੇ ਉੱਪਰ ਕੁਆਰੰਟਾਈਨ ਕੀਤਾ ਜਾਂਦਾ ਹੈ। ਅਜਿਹਾ ਨਾ ਕਰਨ ਦੇ ਉੱਪਰ ਜੁਰਮਾਨਾ ਵੀ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਪੈਂਡੇਮਿਕ ਦੀ ਸ਼ੁਰੂਆਤ ਤੋਂ ਬਾਅਦ ਸਾਡਾ ਧਿਆਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਨਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਚਾਹੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣੀ ਹੋਵੇ ਜਾਂ ਫਿਰ ਸਖਤ ਯਾਤਰਾ ਪਾਬੰਦੀਆਂ ਹੋਣ, ਉਹਨਾਂ ਦਾ ਮਕਸਦ ਇਸ ਸਮੇਂ ਕੈਨੇਡੀਅਨਸ ਨੂੰ ਸੁਰੱਖਿਅਤਾ ਪ੍ਰਦਾਨ ਕਰਨਾ ਹੈ। ਇੱਕ ਪਾਸੇ ਅਮਰੀਕਾ ਦੇ ਵਿੱਚ ਕੋਵਿਡ-19 ਵਾਇਰਸ ਦਾ ਕਹਿਰ ਤੇ ਦੂਜੇ ਪਾਸੇ ਖਰਾਬ ਮੌਸਮ, ਭਾਰੀ ਬਰਫ਼ਬਾਰੀ ਦੇ ਕਰਕੇ ਜੋ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਰਹੀ ਹੈ। ਕੋਵਿਡ-19 ਵੈਕਸੀਨ ਸੈਂਟਰ ਤੱਕ ਕਰੋਨਾ ਟੀਕੇ ਪਹੁੰਚਾਉਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ। ਇਸ ਦੀ ਜਾਣਕਾਰੀ ਉੱਥੋਂ ਮਿਲ ਰਹੀ ਹੈ। ਬਹੁਤੀਆਂ ਜਗ੍ਹਾ ਦੇ ਉੱਪਰ ਜਾਣੀ ਕਿ ਵੈਕਸੀਨੇਸ਼ਨ ਸੈਂਟਰ ਦੇ ਵਿੱਚ ਪਏ ਹੋਏ ਕਰੋਨਾ ਦੇ ਟੀਕੇ ਖਰਾਬ ਵੀ ਹੋ ਗਏ, ਕਿਉਂਕਿ ਕਈ ਜਗ੍ਹਾ ਦੇ ਉੱਪਰ ਬਿਜਲੀ ਸਪਲਾਈ ਠੱਪ ਹੋ ਗਈ। ਅਮਰੀਕਾ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਰਕੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਦੂਜੇ ਪਾਸੇ ਇਸ ਬਰਫ਼ਬਾਰੀ ਦੇ ਕਰਕੇ ਵੈਕਸੀਨੇਸ਼ਨ ਦੇ ਵਿੱਚ ਵੀ ਰੁਕਾਵਟ ਦੇਖੀ ਜਾ ਰਹੀ ਹੈ। ਅਮਰੀਕਾ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਸਰਦੀਆਂ ਦਾ ਬਰਫੀਲਾ ਤੂਫਾਨ ਕਰੋਨਾ ਵਾਇਰਸ ਵੈਕਸੀਨੇਸ਼ਨ ਦੇ ਵਿੱਚ ਰੁਕਾਵਟ ਪਾ ਰਿਹਾ ਹੈ। ਇਸ ਬਾਰੇ CDC ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਖਰਾਬ ਮੌਸਮ ਅਗਲੇ ਕੁਝ ਦਿਨਾਂ ਤੱਕ ਵੈਕਸੀਨੇਸ਼ਨ ਦੇ ਵਿੱਚ ਦੇਰੀ ਦਾ ਕਾਰਨ ਬਣ ਸਕਦਾ ਹੈ। ਵੈਕਸੀਨ ਸਪਲਾਈ ਕੰਪਨੀ UPS ਅਤੇ FedEx ਵੱਲੋਂ ਮੌਸਮ ਖਰਾਬੀ ਦੇ ਨਤੀਜੇ ਵਜੋਂ ਵੈਕਸੀਨ ਦੀ ਸਪਲਾਈ ਰੋਕਣ ਦੇ ਨਾਲ ਵੈਕਸੀਨੇਸ਼ਨ ਸੈਂਟਰ ਕਰੋਨਾ ਟੀਕੇ ਲਗਵਾਉਣ ਦੇ ਨਾਲ ਜਾਰੀ ਕੀਤੀਆਂ ਮੁਲਾਕਾਤਾਂ ਜਾਣੀ ਕਿ ਅਪਾਇੰਟਮੈਂਟਸ ਨੂੰ ਰੱਦ ਕਰ ਦਿੱਤਾ। CDC ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਮੈਮਫਿਸ, ਟੈਨੇਸੀ ਅਤੇ FedEx ਵਿੱਚ UPS ਕੰਪਨੀਆਂ ਵੱਲੋਂ ਸੈਂਟਰਸ 'ਚ ਕਰੋਨਾ ਟੀਕਾ ਭੇਜਣ ਦੇ ਪ੍ਰੋਸੈਸ ਦੇ ਵਿੱਚ ਰੁਕਾਵਟ ਆ ਰਹੀ ਹੈ। ਇਸ ਤੂਫਾਨ ਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਭਾਵਿਤ ਹੋਏ। ਇੱਕ ਪਾਸੇ ਜਿੱਥੇ ਕਈ ਘਰ ਅਜਿਹੇ ਨੇ ਜੋ ਬਿਨਾਂ ਬਿਜਲੀ ਦੇ ਰਹਿਣ ਦੇ ਲਈ ਮਜਬੂਰ ਹਨ, ਦੂਜੇ ਪਾਸੇ ਹੋਰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ। ਇਸੇ ਬਰਫੀਲੇ ਤੂਫਾਨ ਅਤੇ ਮੌਸਮ ਦੇ ਕਰਕੇ ਕਈ ਵੈਕਸੀਨ ਸੈਂਟਰਾਂ ਦੇ ਵਿੱਚ ਪਏ ਕਰੋਨਾ ਦੇ ਟੀਕੇ ਖਰਾਬ ਹੋ ਗਏ, ਕਿਉਂਕਿ ਇੱਥੇ ਪਾਵਰ ਸਪਲਾਈ ਜਾਣੀ ਕਿ ਬਿਜਲੀ ਸਪਲਾਈ ਘਟ ਗਈ ਸੀ। ਹੁਣ ਇੱਥੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਇਸ ਦਾ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਕਿ ਵੈਕਸੀਨ ਪ੍ਰੋਸੈਸ ਨੂੰ ਮੁੜ ਤੋਂ ਜਿਨ੍ਹਾਂ ਜਗ੍ਹਾ ਦੇ ਉੱਪਰ ਰੁਕਿਆ ਹੋਇਆ ਹੈ ਚਾਲੂ ਕਰ ਦਿੱਤਾ ਜਾਵੇ। ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗੀ ਕੈਨੇਡਾ ਅਮਰੀਕਾ ਸਰਹੱਦ, 21 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ। ਕੈਨੇਡਾ ਦੇ ਵਿੱਚ ਕੱਲ੍ਹ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਵੱਲੋਂ ਹੋਟਲਾਂ ਦੀ ਲਿਸਟ ਜਾਰੀ। BC ਦੇ ਵਿੱਚ ਟੁੱਟੇ ਕਰੋਨਾ ਵੈਕਸੀਨ ਦੇ ਰਿਕਾਰਡ, ਇੱਕੋ ਦਿਨ ਦੇ ਵਿੱਚ ਰਿਕਾਰਡ ਤੋੜ ਲੋਕਾਂ ਨੂੰ ਲੱਗਿਆ ਟੀਕਾ। ਟਰੂਡੋ ਤੇ ਬਾਈਡਨ ਦੀ ਮੰਗਲਵਾਰ ਨੂੰ ਮੁਲਾਕਾਤ, ਵਰਚੁਅਲ ਹੋਵੇਗੀ ਦੋਹਾਂ ਨੇਤਾਵਾਂ ਦੀ ਮੀਟਿੰਗ। ਅਲਬਰਟਾ ਦੇ ਵਿੱਚ ਖੁੱਲਣਗੀਆਂ ਪਾਰਕਾਂ, ਮਾਰਚ 4 ਤੋਂ ਹੋਵੇਗੀ ਬੁਕਿੰਗ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।